ਕਿ ਲੜਕੀਆਂ ਅੱਜ ਲੜਕਿਆਂ ਦੇ ਵਿੱਚ ਮਹਿਫੂਜ਼ ਨਹੀਂ ਨੇ। ਇਹ ਬੱਚਿਆਂ ਨੂੰ ਐਜੂਕੇਟ ਕਰਨ ਦੀ ਬਹੁਤ ਲੋੜ ਹੈ। ਸਾਨੂੰ ਆਈ ਥਿੰਕ ਇਹ ਟਾਈਮ ਆ ਗਿਆ ਕਿ ਅਸੀਂ ਆਪਣੀ ਪ੍ਰਾਈਵੇਸੀ ਨੂੰ ਬਹੁਤ 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 ਸਟ੍ਰਿਕਟਲੀ ਗਾਰਡ ਕਰੀਏ ਐਂਡ ਬੱਚਿਆਂ ਨੂੰ ਰਾਈਟ ਫਰਮ ਦੀ ਚਾਈਲਡਹੁੱਡ ਇਹ ਸਿਖਾਈਏ ਕਿ ਯੋਰ ਸਪੇਸ ਇਜ਼ ਯੋਰ ਸਪੇਸ ਐਂਡ ਨੋਬਡੀ ਕੈਨ ਇੰਟਰਫੇਅਰ ਦੇयर। ਕਿਸੇ ਵੀ ਤਰ੍ਹਾਂ, ਚਾਹੇ ਉਹ ਫੋਨ ਦੇ ਥਰੂ ਹੈ, ਕੰਪਿਊਟਰ ਦੇ ਥਰੂ ਹੈ, ਕਿਸੇ ਵੀ ਤਰ੍ਹਾਂ ਕੋਈ ਤੁਹਾਡੀ ਪਰਸਨਲ ਸਪੇਸ ਦੇ ਵਿੱਚ ਇੰਟਰਫੇਅਰ ਤਦ ਤੱਕ ਨਹੀਂ ਕਰ ਸਕਦਾ ਜਦੋਂ ਤੱਕ ਕਿ ਤੁਸੀਂ ਉਹਨੂੰ ਇਜਾਜ਼ਤ ਦਿਓ। ਹਰ ਲੜਕੀ ਨੂੰ ਸਮਝਣਾ ਚਾਹੀਦਾ ਹੈ ਕਿ ਮੇਰਾ ਰਾਈਟ ਟੂ ਪ੍ਰਾਈਵੇਸੀ ਇੱਕ ਮੇਰਾ ਫੰਡਾਮੈਂਟਲ ਰਾਈਟ ਹੈ। ਐਨੀ ਪਲੇਸ ਜਿੱਥੇ ਮੈਂ ਸੋਚਦੀ ਹਾਂ ਮੈਨੂੰ ਕੋਈ ਨਹੀਂ ਦੇਖ ਰਿਹਾ, ਜੇ ਉਹਨੂੰ ਕੋਈ ਵੀ ਪਬਲਿਕਲੀ ਡਿਸਪਲੇ ਕਰਦਾ ਹੈ, that is infringement of my fundamental right number 1। ਇੰਡੀਅਨ ਪੀਨਲ ਕੋਡ ਦੇ ਵਿੱਚ offense ਹੈ ਨੰਬਰ 2 ਐਂਡ ਸਾਈਬਰ ਕ੍ਰਾਈਮ ਹੈ ਨੰਬਰ 3। ਸੋ ਸਾਡੇ ਕੋਲ ਰਾਈਟਸ ਬਹੁਤ ਜ਼ਿਆਦਾ ਹੈ, ਬਟ ਅਨਫੋਰਚੂਨੇਟਲੀ ਨਾ ਉਹਨਾਂ ਦੀ ਐਜੂਕੇਸ਼ਨ ਹੈ, ਨਾ ਉਹਨਾਂ ਦੀ ਇੰਪਲੀਮੈਂਟੇਸ਼ਨ ਹੈ। ਹੁਣ ਜਿਹੜੀ ਇਨਵੈਸਟੀਗੇਸ਼ਨ ਟੀਮ ਦੀ ਐਫਰਟ ਹੈ, ਇਟ ਇਜ਼ ਓਨਲੀ ਟੂ ਫਾਈਂਡ ਆਊਟ ਕ੍ਰਾਈਮ offense ਕਿੰਨਾ ਸੀਰੀਅਸ ਸੀ, ਉਹਨਾਂ ਨੇ ਮਜ਼ੇ ਵਾਸਤੇ ਕੀਤਾ ਕਿ ਉਹਨਾਂ ਦਾ ਐਕਚੁਅਲੀ ਅੱਗੇ ਕੋਈ ਪਰਪਸ ਸੀ, ਵਾਸ ਇਟ that they were making money out of it, ਕਿ ਉਹਨਾਂ ਦੇ ਆਪਣੇ ਤੱਕ ਸੀਮਿਤ ਸੀ। ਆਈ ਥਿੰਕ ਇਹ ਡਾਇਮੈਂਸ਼ਨਸ ਤਾਂ ਵਰਕੇਬਲ ਹੈ, ਇਨਵੈਸਟੀਗੇਸ਼ਨ ਹੋ ਸਕਦੀ ਹੈ। IT Act 66E ਇਹਦੇ ਅੰਦਰ ਕੋਈ ਵੀ ਵਿਦਾਊਟ ਪਰਮਿਸ਼ਨ objectionable capturing, transmitting, publishing ਇਹ ਸਾਰੀ 3 ਸਾਲ ਦੀ ਇੰਪ੍ਰਿਜ਼ਨਮੈਂਟ ਐਂਡ ਔਰ 2 ਲੱਖ ਰੁਪਏ ਦਾ ਜੁਰਮਾਨਾ ਇਹਨੂੰ ਹੋ ਸਕਦਾ ਹੈ। ਸਤਿ ਸ਼੍ਰੀ ਅਕਾਲ। ਨਿਊਜ਼ ਡੇਟਲਾਈਨ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਹਾਡੇ ਨਾਲ ਰਜਿੰਦਰ ਕੌਰ ਔਰ ਅੱਜ ਰਿਐਲਿਟੀ ਬਾਈਟ ਸੀ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਚੰਡੀਗੜ੍ਹ ਯੂਨੀਵਰਸਿਟੀ 'ਚ ਜਿਹੜਾ ਵੀਡੀਓ ਸਕੈਂਡਲ ਦਾ ਮਾਮਲਾ ਸਾਹਮਣੇ ਆਇਆ ਹੈ। तमाम ਸਵਾਲ ਇਸ ਪੂਰੇ ਮਸਲੇ ਨੂੰ ਲੈ ਕੇ ਉੱਠ ਰਹੇ ਨੇ। ਦੋ ਖਾਸ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ। ਅਰੁਣ ਸੋਨੀ ਜੀ ਸਾਈਬਰ ਸਿਕਿਉਰਿਟੀ ਐਕਸਪਰਟ ਨੇ ਔਰ ਰੀਟਾ ਕੋਹਲੀ ਮਾਮ ਸੀਨੀਅਰ ਐਡਵੋਕੇਟ ਐਂਡ ਹਿਊਮਨ ਰਾਈਟ ਐਕਟਿਵਿਸਟ। तमाम ਸਵਾਲ ਜਿਹੜੇ ਉੱਠ ਰਹੇ ਨੇ ਉਹ ਇਹ ਨੇ ਕਿ ਕਿਤੇ ਕਿ ਲੜਕੀਆਂ ਅੱਜ ਲੜਕੀਆਂ ਦੇ ਵਿੱਚ ਮਹਿਫੂਜ਼ ਨਹੀਂ ਨੇ। ਜਿਸ ਲੜਕੀ ਤੇ ਇਲਜ਼ਾਮ ਲੱਗਦੇ ਨੇ ਕਿ ਉਸਨੇ ਵੀਡੀਓ ਬਣਾਈ, ਦੂਜੀ ਸਾਥੀ ਲੜਕੀਆਂ ਤੇ ਨਹਾਉਣ ਦੀ ਵੀਡੀਓ ਸ਼ੇਅਰ ਕੀਤੀ ਗਈ, ਵੀਡੀਓ ਵਾਇਰਲ ਵੀ ਹੋਈ ਹੈ। ਪੁੱਛਗਿੱਛ ਜ਼ਰੂਰ ਹੁਣ ਮੁਲਜ਼ਮਾਂ ਤੋਂ ਚੱਲ ਰਹੀ ਹੈ और 3 ਮੁਲਜ਼ਮ गिरफ्तार हो चुके ਨੇ। ਲੇਕਿਨ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਬਿਆਨ ਸਾਹਮਣੇ ਆ ਰਹੇ ਨੇ ਲੜਕੀ ਦੇ, ਪੁਲਿਸ ਦੇ ਮੁਤਾਬਿਕ ਲੜਕੀ ਨੇ ਕਿਹਾ ਹੈ ਕਿ ਉਹ ਬਲੈਕਮੇਲ ਹੋ ਰਹੀ ਸੀ, ਕਿ ਉਹਨੂੰ ਪੈਸੇ ਲਈ ਕੀਤਾ ਜਾ ਰਿਹਾ ਸੀ ਜਾਂ ਉਸਤੇ ਦਬਾਅ ਸੀ। ਕੌਣ ਇਸ ਪੂਰੇ ਕਾਂਡ ਵਿੱਚ ਸ਼ਾਮਿਲ ਨੇ, ਕਿੱਥੇ ਕਨੈਕਸ਼ਨ ਜੁੜ ਰਹੇ ਨੇ ਔਰ IT ਐਕਟ ਕੀ ਕਹਿੰਦਾ ਹੈ ਇਸ ਪੂਰੇ ਮਸਲੇ ਤੇ, ਇਸੇ ਤੇ ਗੱਲ ਕਰਾਂਗੇ। ਸੋ ਬਹੁਤ ਸਵਾਗਤ ਅਰੁਣ ਸੋਨੀ ਜੀ, ਰੀਟਾ ਕੋਹਲੀ ਮਾਮ। ਅਰੁਣ ਸੋਨੀ ਜੀ, ਮੈਂ ਤੁਹਾਡੇ ਕੋਲ ਪਹਿਲੇ ਆਣਾ ਚਾਹਾਂਗੀ। IT ਐਕਟ ਪੂਰੇ ਮਾਮਲੇ ਵਿੱਚ ਕੀ ਕਹਿੰਦਾ ਹੈ? लड़की ने अगर वीडियो बनाया, अश्लील वीडियो बनाया, उसनों अगे शेयर किया और अगे वो पता नहीं किथे किथे पहुंचा है, इस पूरे मामले च IT एक्ट की कहता है? और एक और सवाल ये है कि जे कुछ वीडियोस डिलीट भी किए ने लड़की ने, वो किवें रिट्रीव हो सकते? IT Act 66E ਇਹਦੇ ਅੰਦਰ ਕੋਈ ਵੀ without permission, objectionable, capturing, transmitting, publishing ਇਹ ਸਾਰੀ 3 ਸਾਲ ਦੀ ਇੰਪ੍ਰਿਜ਼ਨਮੈਂਟ ਐਂਡ ਔਰ 2 ਲੱਖ ਰੁਪਏ ਦਾ ਜੁਰਮਾਨਾ ਇਹਨੂੰ ਹੋ ਸਕਦਾ ਹੈ, ਜਿਹੜਾ ਕਿ ਮੇਰੇ ਖਿਆਲ 'ਚ ਘੱਟ ਹੈ, ਕਿਉਂਕਿ ਇਹੋ ਜਿਹੇ ਜਿਹੜੇ इंसीडेंट्स है वो इन्हां दी सिवियरिटी बहुत ज़्यादा है। तो इन्हां तो देखदे होया कि सिर्फ जिहड़ा 3 साल की कैद या 2 साल एंड और 2 लाख रुपए तक का जुर्माना जिहड़ा है यही हो सकता है इन्हां नूं मैक्सिमम, वो जो चार्जिस इन्हां दे अप्रूव हो जाते हैं।
ਤੇ ਬਾਕੀ ਜੇ ਦੂਸਰੀ ਗੱਲ ਜਿਹੜੀ ਤੁਸੀਂ ਪੁੱਛਿਆ ਕਿ ਵੀਡੀਓ ਜਿਹੜੀ ਡਿਲੀਟ ਹੋ ਗਿਆ ਹੈ, ਉਹ ਕੋਈ ਇਸ਼ੂ ਨਹੀਂ ਹੈ, ਉਹ ਫੋਰੈਂਸਿਕਲੀ ਈਜ਼ੀਲੀ ਜਿਹੜੇ ਹੈ ਉਹ ਰਿਟਰੀਵ ਹੋ ਜਾਣਗੇ, ਪ੍ਰੋਵਾਈਡਿਡ ਕਿ ਇੱਥੇ ਕੁਝ ਕੰਡੀਸ਼ਨਸ ਆਉਂਦੀਆਂ ਕਿ ਮੰਨ ਲਓ ਕਿ ਬਹੁਤ ਦੇਰ ਤੋਂ ਉਹ ਲੱਗੇ ਹੋਏ ਹੈ ਤੇ ਜਿਹੜੇ ਡਿਲੀਟਡ ਚੀਜ਼ਾਂ ਹੁੰਦੀਆਂ ਬੇਸਿਕਲੀ ਜੇ ਓਵਰਰਾਈਟ ਹੋ ਜਾਣ ਤੇ ਉਹਨਾਂ ਨੂੰ ਰਿਟਰੀਵ ਕਰਨਾ ਔਖਾ ਹੋ ਜਾਂਦਾ। ਤੇ ਜੇ ਤੇ ਓਵਰਰਾਈਟ ਨਹੀਂ ਹੋਈਆਂ, ਮੰਨ ਲਓ ਪਿਛਲੇ ਹਫਤੇ ਜਾਂ 10 ਦਿਨ ਦੀਆਂ ਜਿਹੜੀਆਂ, ਉਹ ਤੇ ਡੈਫੀਨੇਟਲੀ ਜਿਹੜੀਆਂ ਰਿਟਰੀਵ ਹੋ ਜਾਣਗੀਆਂ। ਲੇਕਿਨ ਜੇ ਮੰਨ ਲਓ ਹੋ ਸਕਦਾ ਕਿ 1 ਸਾਲ ਦੇ ਉੱਪਰ ਪ੍ਰੋਸੈਸ ਚੱਲ ਰਿਹਾ ਤੇ ਜਿਹੜੇ ਉਹ ਉਹਨਾਂ ਦਾ ਡਿਵਾਈਸ ਹੈ ਉਹ ਬਹੁਤ ਯੂਜ਼ ਹੋ ਰਿਹਾ, ਰੈਗੂਲਰਲੀ ਯੂਜ਼ ਹੋ ਰਿਹਾ ਹੈ, ਤਾਂ ਥੋੜ੍ਹਾ ਜਿਹੀ ਡਿਫੀਕਲਟੀ ਹੋ ਸਕਦੀ ਹੈ, ਕਿਉਂਕਿ ਉਹ ਜਿਹੜੀਆਂ ਫਾਈਲਸ ਜਿਹੜੀਆਂ ਡਿਲੀਟਡ ਫਾਈਲਸ ਵੀ ਓਵਰਰਾਈਟ ਹੋ ਜਾਂਦੀਆਂ, ਉਹ ਫਿਰ ਜਿਹੜੀਆਂ ਰਿਟਰੀਵ ਕਰਨੀਆਂ ਔਖੀਆਂ ਹੋ ਜਾਂਦੀਆਂ। रीटा मैम, सवाल है कि लड़कियां लड़कियां ਦੇ ਵਿਚਾਲੇ ਹੀ ਹੁਣ ਮਹਿਫੂਜ਼ ਨਹੀਂ। ਅਗਰ ਗਰਲਸ ਹੌਸਟਲ ਵਿੱਚ ਹੀ ਅਜਿਹਾ ਕੁਝ ਹੁੰਦਾ ਹੈ, ਕਿਵੇਂ ਹੁਣ ਇਹਨਾਂ ਚੀਜ਼ਾਂ ਤੋਂ ਆਮਨ ਯੂਨੀਵਰਸਿਟੀਜ਼ ਲੜਕੀਆਂ ਭੇਜੀਆਂ ਜਾਂਦੀਆਂ ਨੇ, ਮਾਂ-ਬਾਪ ਭੇਜਦੇ ਨੇ ਕਿ ਬਈ ਜਾ ਕੇ ਪੜ੍ਹਨਗੀਆਂ, ਸੁਰੱਖਿਅਤ ਰਹਿਣਗੀਆਂ ਹੌਸਟਲ ਦੇ ਵਿੱਚ ਨਹੀਂ, ਬਟ ਹੌਸਟਲ ਤੋਂ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਹੁਣ ਇੱਕ ਹੋਰ ਤਾਜ਼ਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਮੁੰਬਈ ਤੋਂ ਵੀ, ਜਿੱਥੇ ਇੱਕ ਦੱਸਿਆ ਜਾ ਰਿਹਾ ਕਿ ਕੈਂਟੀਨ ਵਾਲੇ ਨੇ ਕਿਸੇ ਲੜਕੀ ਦੀ ਵੀਡੀਓ ਬਣਾਈ, ਇਸੇ ਤਰ੍ਹਾਂ ਦੀ ਅਸ਼ਲੀਲ ਵੀਡੀਓ। ਅੱਜ ਦੇ ਪੇਪਰ 'ਚ ਬਲਕਿ ਸਿਰਫ ਮੁੰਬਈ ਨਹੀਂ, ਇੱਕ ਬੈਂਗਲੌਰ ਦੀ ਵੀ ਨਿਊਜ਼ ਆਈ ਹੈ, ਜਿੱਥੇ ਇੱਕ ਲੜਕੀ ਦੇ ਬॉयਫ੍ਰੈਂਡ ਨੇ ਉਹਦੇ obscene ਸੋਸ਼ਲ ਮੀਡੀਆ ਤੇ ਪਾ ਕੇ ਆਪਣੇ ਫਰੈਂਡਸ ਨੂੰ ਭੇਜੇ ਐਂਡ ਉਹਨਾਂ ਨੇ ਉਹਨੂੰ ਇੰਨਾ ਮਾਰਿਆ ਕਿ ਉਹ ਮਰ ਗਿਆ। ਸੋ ਆਈ ਥਿੰਕ ਦ ਕੁਐਸਚਨ ਵਿਚ ਯੂ ਆਰ ਆਸਕਿੰਗ ਇਜ਼ ਕਿ ਲੜਕੀਆਂ ਲੜਕੀਆਂ ਦੇ ਵਿੱਚ ਹੀ ਮਹਿਫੂਜ਼ ਨਹੀਂ। ਇਹ ਸਾਡਾ ਇਨਫੈਕਟ ਡਿਬੇਟ ਪਿਛਲੇ 2-3 ਦਿਨ ਤੋਂ ਚੱਲ ਰਿਹਾ ਹੈ, ਬਿਕੋਜ਼ ਮੈਂ ਆਪ ਇੱਕ ਹੌਸਟਲਰ ਰਹੀ ਹਾਂ ਆਲ ਮਾਈ ਲਾਈਫ। ਸੋ ਹੌਸਟਲ ਦਾ ਮਾਹੌਲ ਜੋ ਪਹਿਲੇ ਹੁੰਦਾ ਸੀ ਐਂਡ ਜੋ ਹੁਣ ਹੈ, ਆਈ ਥਿੰਕ ਇਟ ਲੁਕਸ ਐਜ਼ ਇਫ ਜਿਵੇਂ ਜਨਰੇਸ਼ਨ ਕੰਪਲੀਟ ਚੇਂਜ ਹੋ ਗਿਆ ਹੈ। ਇਹਨੂੰ ਅਸੀਂ ਐਵੋਲਿਊਸ਼ਨ ਕਹੀਏ, ਪ੍ਰੋਗਰੈਸ ਕਹੀਏ ਜਾਂ ਰਿਗਰੈਸ ਕਹੀਏ। ਲਾਜ਼ ਦੇ ਵਿੱਚ ਅਸੀਂ ਅਕਸਰ ਗੱਲ ਕਰਦੇ ਹਾਂ ਜੈਂਡਰ ਨਿਊਟਰੈਲਿਟੀ ਦੀ, ਕਿ ਲਾਜ਼ ਹੁਣ ਜਿਹੜੇ ਬਣਨੇ ਚਾਹੀਦੇ ਆ ਦੋਜ਼ ਸ਼ੁੱਡ ਬੀ ਜੈਂਡਰ ਨਿਊਟਰਲ ਲਾਜ਼, ਬਟ ਨਿਊਟਰੈਲਿਟੀ ਗੋਇੰਗ ਟੂ ਦੀ ਐਕਸਟੈਂਟ ਆਫ ਕਿ ਹੁਣ ਅਸੀਂ ਉਹਨਾਂ ਨੂੰ ਆਈਡੈਂਟੀਫਾਈ ਨਹੀਂ ਕਰ ਸਕਦੇ ਕਿ ਜਿਹੜੀ ਵਾਇਲੈਂਸ ਕਿਸੇ ਤਰ੍ਹਾਂ ਦੀ ਹੈ ਜਾਂ ਇਨਫ੍ਰਿੰਜਮੈਂਟ ਆਫ ਪ੍ਰਾਈਵੇਸੀ ਹੈ, that is by a male or a female. So talking about the other broader issue, yes, I think ਅੱਜ ਦੇ ਟਾਈਮ ਦੇ ਵਿੱਚ ਸਾਨੂੰ ਆਪਣੀ ਪ੍ਰਾਈਵੇਸੀ ਨੂੰ ਮਹਿਫੂਜ਼ ਕਰਨਾ ਇੱਕ ਬਹੁਤ ਜ਼ਰੂਰੀ ਐਂਡ ਬਹੁਤ ਇੰਪੋਰਟੈਂਟ ਹੋ ਗਿਆ ਹੈ। ਤੇ ਉਹ ਅਸੀਂ ਤਾਂ ਹੀ ਕਰ ਸਕਦੇ ਹਾਂ ਇਫ ਵੀ ਆਰ ਵੈਰੀ ਵੈਲ ਅਵੇਅਰ ਆਫ the law and the rights provided to us, and also ਸਾਡੀ ਡਿਊਟੀ ਕੀ ਹੈ। ਆਈ ਥਿੰਕ ਇਹਦੇ ਵਿੱਚ ਜਿਹੜਾ ਯੰਗਰ ਲੋਟ ਹੈ ਉਹਦੇ ਵਿੱਚ, ਜਿਵੇਂ ਮੈਂ ਤਾਂ ਕੰਪਲੀਮੈਂਟ ਕਰਾਂਗੀ ਤੁਹਾਨੂੰ ਕਿ ਤੁਸੀਂ ਇਹੋ ਜਿਹਾ ਸ਼ੋਅ ਲਿਆ, ਐਸੇ ਸ਼ੋਜ਼ ਦੇ ਨਾਲ ਲੀਗਲ ਐਜੂਕੇਸ਼ਨ ਇਜ਼ ਵੈਰੀ ਵੈਰੀ ਨੈਸੈਸਰੀ। ਅਰੁਣ ਸੋਨੀ ਜੀ ਨੇ ਜਿਵੇਂ 66 ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੀ ਗੱਲ ਕੀਤੀ, ਉਹਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਉਹ ਸੈਕਸ਼ਨ ਪਹਿਲੀ ਵਾਰ ਸਾਹਮਣੇ ਪਬਲਿਕਲੀ ਆਇਆ ਸੀ ਜਦੋਂ ਬਾਲਾ ਸਾਹਿਬ ਠਾਕਰੇ ਦੇ ਟਾਈਮ ਤੇ 2 ਯੰਗ ਬੱਚਿਆਂ ਨੇ ਵੀਡੀਓਜ਼ ਬਣਾ ਕੇ ਕਮੈਂਟ ਸੋਸ਼ਲ ਮੀਡੀਆ ਤੇ ਪਾਤੇ ਸੀ। ਸੋ ਆਈ ਥਿੰਕ ਇਹ ਬੱਚਿਆਂ ਨੂੰ ਐਜੂਕੇਟ ਕਰਨ ਦੀ ਬਹੁਤ ਲੋੜ ਹੈ ਕਿ ਜੇ ਤੁਹਾਨੂੰ ਇੰਨੇ ਰਾਈਟਸ ਮਿਲੇ ਹੈ, ਰਾਈਟ ਟੂ ਸਪੀਚ ਜਾਂ ਰਾਈਟ ਟੂ ਡੂ ਐਨੀਥਿੰਗ, these are all restricted rights as long as ਇਹਦੇ ਨਾਲ ਕਿਸੇ ਹੋਰ ਨੂੰ ਨੁਕਸਾਨ ਨਹੀਂ ਹੋ ਰਿਹਾ, ਕਿਸੇ ਹੋਰ ਨੂੰ ਫਰਕ ਨਹੀਂ ਪੈ ਰਿਹਾ। ਸਭ ਤੋਂ ਪਹਿਲਾਂ ਸਾਡੀ ਕਨਸਟੀਟਿਊਸ਼ਨ ਇਟਸੈਲਫ, ਆਈ ਥਿੰਕ ਹਰ ਲੜਕੀ ਨੂੰ ਸਮਝਣਾ ਚਾਹੀਦਾ ਹੈ ਕਿ ਮੇਰਾ ਰਾਈਟ ਟੂ ਪ੍ਰਾਈਵੇਸੀ ਇੱਕ ਮੇਰਾ ਫੰਡਾਮੈਂਟਲ ਰਾਈਟ ਹੈ। ਐਨੀ ਪਲੇਸ ਜਿੱਥੇ ਮੈਂ ਸੋਚਦੀ ਹਾਂ ਮੈਨੂੰ ਕੋਈ ਨਹੀਂ ਦੇਖ ਰਿਹਾ, ਜੇ ਉਹਨੂੰ ਕੋਈ ਵੀ ਪਬਲਿਕਲੀ ਡਿਸਪਲੇ ਕਰਦਾ ਹੈ, that is infringement of my fundamental right, number 1. Indian Penal Code ਦੇ ਵਿੱਚ offense ਹੈ number 2, and cyber crime ਹੈ number 3. ਸੋ ਸਾਡੇ ਕੋਲ ਰਾਈਟਸ ਬਹੁਤ ਜ਼ਿਆਦਾ ਹੈ, ਬਟ ਅਨਫੋਰਚੂਨੇਟਲੀ ਨਾ ਉਹਨਾਂ ਦੀ ਐਜੂਕੇਸ਼ਨ ਹੈ, ਨਾ ਉਹਨਾਂ ਦੀ ਇੰਪਲੀਮੈਂਟੇਸ਼ਨ ਹੈ। ਤੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਕਹਾਂ, ਮੈਂ ਅਰੁਣ ਸੋਨੀ ਜੀ ਨਾਲ ਫੁੱਲੀ ਸਹਿਮਤ ਹਾਂ ਜਦੋਂ ਉਹਨਾਂ ਨੇ ਕਿਹਾ ਕਿ ਇਹਨਾਂ ਆਫੈਂਸਿਸ ਦੀ ਪਨਿਸ਼ਮੈਂਟ ਬਹੁਤ ਥੋੜੀ ਹੈ। ਆਈ ਥਿੰਕ ਜਦੋਂ ਅਸੀਂ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਲਿਆਏ ਸੀ, ਅਸੀਂ ਇਹ ਐਂਟੀਸਿਪੇਟ ਨਹੀਂ ਸੀ ਕੀਤਾ ਕਿ ਇਹ ਆਫੈਂਸਿਸ ਕਿੱਥੇ ਤੱਕ ਇਨਫ੍ਰਿੰਜ ਕਰ ਸਕਦੇ ਹਨ। ਸੋ ਜੇ ਤੁਸੀਂ ਪੂਰਾ ਐਕਟ ਦੇਖੋ, ਉਹਦੇ ਵਿੱਚ ਤੁਹਾਨੂੰ ਸਾਰਿਆਂ ਦੇ ਵਿੱਚ ਪਨਿਸ਼ਮੈਂਟ ਮਿਲੇਗੀ 1 ਸਾਲ ਤੋਂ 3 ਸਾਲ। ਜੇ ਕੋਈ ਸਬਸੀਕੁਐਂਟ ਆਫੈਂਸ ਹੈ ਤਾਂ ਮੈਕਸਿਮਮ ਕਿਤੇ ਜਾ ਕੇ 3 ਸਾਲ ਤੋਂ 7 ਸਾਲ ਦੀ, beyond that there is nothing. So I think it's first and foremost governments ਵਾਸਤੇ ਇਹ ਵੱਡਾ ਚੈਲੰਜ ਹੈ ਕਿ ਸਭ ਤੋਂ ਪਹਿਲਾਂ ਇਹਨਾਂ ਦੀ ਸੀਰੀਅਸਨੈਸ ਨੂੰ
ਉਹ ਜ਼ਿਆਦਾ ਬਣਾਉਣ, ਉਹਨਾਂ ਦੇ ਸੈਂਟੈਂਸ ਜ਼ਿਆਦਾ ਬਣਾਉਣ ਉਹਨਾਂ ਤੇ। ਆਈ ਥਿੰਕ ਇਟਸ ਟਾਈਮ, ਮੈਂ ਤਾਈਓ ਗੱਲ ਕਰ ਰਹੀ ਸੀ ਕਿ ਸਾਨੂੰ ਇੱਕ ਮੁਹਿੰਮ ਚਲਾਉਣੀ ਚਾਹੀਦੀ ਹੈ, educating the younger lot about cyber education first. What is a crime? Where is your right ending and the others, infringement starts? So ਇਹਦੇ ਵਿੱਚ of course information technology act ਹੈ 2011 ਦੇ ਰੂਲਸ ਬਣੇ ਹੋਏ ਹੈ ਜਿਹਦੇ ਵਿੱਚ ਕਿਸੇ ਵੀ ਸੈਂਸਿਟਿਵ ਡਾਟਾ ਨੂੰ ਤੁਸੀਂ ਰਿਵੀਲ ਜਾਂ ਪਬਲਿਕਲੀ ਡਿਸਪਲੇ ਨਹੀਂ ਕਰ ਸਕਦੇ ਹੋ। laws in existence education and education ਮੈਂ ਫਿਰ ਕਹਾਂਗੀ ਸਭ ਤੋਂ ਵੱਡਾ ਮੁੱਦਾ ਹੈ। ਐਂਡ ਆਮ ਸ਼ੋਰ ਇਸ ਮਾਮਲੇ ਦੇ ਵਿੱਚ ਲੜਕੀਆਂ ਨੇ ਕਦੀ ਸੋਚਿਆ ਹੀ ਨਹੀਂ ਹੋਣਾ ਕਿ ਜੈਸਾ ਇਨਸੀਡੈਂਟ ਹੋ ਗਿਆ ਕਿ ਇਹ ਕਦੀ ਗਰਲਸ ਹੌਸਟਲ ਵਿੱਚ ਹੋ ਸਕਦਾ ਹੈ, ਕਿਉਂਕਿ ਅਸੀਂ ਆਪਣੇ ਆਪ ਨੂੰ ਵੀ ਪੋਜੀਸ਼ਨ 'ਚ ਰੱਖ ਕੇ ਦੇਖਦੇ ਹਾਂ। ਬਿਲਕੁਲ, ਸਭ ਦੇ ਹੱਥ 'ਚ ਫੋਨ ਨੇ, फोन उठाओ, वीडियो बनाओ और जो मर्जी करते रहो, कोई रोक टोक नहीं है, कुछ नहीं। और मैनू नहीं लगता कि किसी को अजी कोई सज़ा हाले तक हुई है। अरुण जी तुसीं दस सकते हो बेहतर कि इस पूरे मामले में IT एक्ट के तहत कितनी सज़ा आज तक, किहड़े प्रूफ हाले तक जुड़े हुए ने, दोषी साबित होए ने, उन्होंने कितनी सज़ा हुई है कि एक नज़ीर सामने होए कि अजा कोई काम नहीं करना है, किसी की प्राइवेसी नूं जिहड़ा है उसका उल्लंघन नहीं कई करना है। लेकिन हुण जिहड़े खुलासे नित नवे खुलासे हो रहे हैं, हुण क्या पहले क्या जा रहा सी 60 वीडियो बने ने, 60 लड़कियां दे वीडियो बने ने, उसकी तस्दीक नहीं हुई। हुण क्या जा रहा है, हुण जिहड़ा पुलिस कह रही है मुलजिमा तो पुछगिछ तो बाद कह रही कि 15 वीडियो लड़कियों ने बनाए ने। हुण 15 वीडियो नहीं पता कि सिर्फ ये 2 मुलजिम जिहड़े गिरफ्त विच ने ਉਹਨਾਂ तक शेयर होए या उन्होंने अगे नहीं शेयर किए होने, एक एक किवें किया जा सकता है, हुण इसका पता किवें लगेगा? अरुण जी बहुत मुश्किल है कि पता लगना कि कितने कितने शेयर हुए हैं। फर्स्ट ऑफ ऑल साडा IT एक्ट जो एग्जिस्टेंस विच आया तो मोबाइल फोन हुंदा ही नहीं सी। तुसीं सोच सकते हो कि साडा IT एक्ट कितना पिछे हैगा है साडे अज दे करंट सिनेरियो तो। ਤੇ ਦੂਸਰੀ ਗੱਲ ਜਿੱਥੇ ਜਿੱਥੇ ਹੁਣ ਸ਼ੇਅਰ ਹੋਏ ਆ ਉਹਨਾਂ ਨੇ ਕਿੱਥੇ WhatsApp ਗਰੁੱਪਸ ਦੇ ਵਿੱਚ ਪਾਏ ਆ, ਕਿਹੜੇ ਸਾਈਟਸ ਦੇ ਉੱਤੇ ਅਪਲੋਡ ਕੀਤੇ ਆ, ਉਹ ਸਾਰਾ ਇੱਕ ਬਹੁਤ ਵੱਡੀ ਮਿਹਨਤ ਟਾਸਕ ਹੈ ਜਿਹਨੂੰ ਪਤਾ ਕਰਨਾ। ਔਰ ਲਈ ਤੇ ਬੇਸਿਕਲੀ ਜੇ ਤੁਹਾਨੂੰ ਤੁਸੀਂ ਪਤਾ ਲੱਗ ਜਾਂਦਾ ਕਿ ਵੈਬਸਾਈਟ ਦੇ ਉੱਤੇ ਹੈਗਾ, ਤੁਸੀਂ ਵੈਬਸਾਈਟ ਨਾਲ ਕੰਟੈਕਟ ਕਰ ਸਕਦੇ ਹੋ, ਨਹੀਂ ਤਾਂ ਹੋਸਟਿੰਗ ਪ੍ਰੋਵਾਈਡਰ ਜਿਵੇਂ GoDaddy ਹੈ, ਹੋਸਟਿੰਗਰ ਹੈ, ਜਿੱਥੇ ਉਹ ਵੈਬਸਾਈਟ ਹੋਸਟਡ ਹੈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ, ਸਰਵਿਸ ਪ੍ਰੋਵਾਈਡਰ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਇਟਸ ਅ ਬਿਗ ਟਾਸਕ ਜਿਹੜਾ ਕਿ ਉਹਨੂੰ ਲੋਕੇਟ ਕਰਨਾ ਕਿ ਕਿੱਥੇ ਕਿੱਥੇ ਇਹ ਸਰਕੂਲੇਟ ਹੋਇਆ ਹੈ, ਕਿਹੜੇ ਕਿਹੜੇ ਗਰੁੱਪ 'ਚ ਗਏ ਹੈ, ਇਟਸ ਨੀਅਰਲੀ ਇੰਪੋਸੀਬਲ बेसिकली। अरुण जी एक और सवाल है कि जे मोबाइल तो डेटा डिलीट होया वो तुसी क्या रिट्रीव हो जाएगा, लेकिन किते होर किसी होर डिवाइस विच शिफ्ट होया है मोबाइल तो ये भी पता लग जाता है? ਇਹ ਤੇ ਸਿੰਪਲ ਸ਼ਿਫਟ ਹੋਇਆ ਮਤਲਬ ਕਿ ਉਹਨਾਂ ਨੇ ਫਾਰਵਰਡ ਕਰ ਦਿੱਤਾ ਅੱਗੇ। ਨਹੀਂ ਜੇ ਜਦ ਤੱਕ ਉਹਨੂੰ ਲੈਪਟਾਪ ਜਾਂ ਉਹ ਪੈਨ ਡਰਾਈਵ ਜਾਂ ਉਹ ਮੋਬਾਈਲ ਫੋਨ ਉਹ ਫੋਰੈਂਸਿਕਸ ਵਾਲਿਆਂ ਕੋਲ ਨਹੀਂ ਜਾਂਦਾ, ਇਹ ਪਤਾ ਲੱਗਣਾ ਥੋੜਾ ਜਿਹਾ ਮੁਸ਼ਕਿਲ ਹੈ ਕਿ ਇਹ ਕਿੱਥੇ ਕਿੱਥੇ ਸ਼ਿਫਟ ਹੋਇਆ, ਕਿਉਂਕਿ ਬੇਸਿਕਲੀ ਉਹ ਤੇ ਸਿਰਫ ਉਹਨਾਂ ਨੇ ਫਾਰਵਰਡ ਕੀਤਾ, ਡਾਊਨਲੋਡ ਕੀਤਾ ਜਾਂ ਕਾਪੀ ਕੀਤਾ ਤੇ ਉਹ ਇੱਕ ਹਰਕਿਊਲੀਅਨ ਟਾਸਕ ਹੈ ਕਿ ਇਹ ਕਿੱਥੇ ਕਿੱਥੇ ਅੱਗੇ ਸ਼ਿਫਟ ਹੋਇਆ। ਇਹ ਕਿ ਜੇ ਤੁਹਾਨੂੰ ਪਤਾ ਲੱਗ ਜਾਏ ਕਿ ਇਸ ਮੋਬਾਈਲ ਸ਼ਿਫਟ ਹੋਇਆ ਤਾਂ ਉੱਥੋਂ ਕੱਢਿਆ ਜਾ ਸਕਦਾ ਹੈ, ਇਹ ਲੈਪਟਾਪ ਗਿਆ ਉੱਥੋਂ ਕੱਢਿਆ ਜਾ ਸਕਦਾ ਹੈ, ਚਾਹੇ ਡਿਲੀਟ ਕਰ ਦਿੱਤਾ ਗਿਆ, ਚਾਹੇ ਉਹ ਹਾਰਡ ਡਿਸਕ ਤੋੜ ਦਿੱਤੀ ਗਈ ਹੈ, ਚਾਹੇ ਉਹ ਮੈਮਰੀ ਕਾਰਡ ਤੋੜ ਦਿੱਤਾ ਗਿਆ, ਲੇਕਿन ਉਹ चिप ਲੈਵਲ ਦੇ ਉੱਤੇ ਵੀ ਉਹਨੂੰ ਅਸੀਂ ਉਹਨੂੰ ਕੱਢ ਸਕਦੇ ਹਾਂ। ਕੱਢਣਾ ਸੌਖਾ ਹੈ ਲੇਕਿन ਕਿੱਥੇ ਗਿਆ ਉਹ ਲੱਭਣਾ ਔਖਾ ਹੈ। यानी कि उन्हें पूरा फोरेंसिक टीम का काम है, ये पूरी जांच करना और ये पूरा डेटा जड़ा है वो रिकवर करना, क्योंकि फोरेंसिक टीम ਜੀ ਉਹ ਜਿਹੜਾ ਫੋਨ ਜਿਹੜੇ ਉਹਨਾਂ ਨੇ ਆਪਣੇ ਪੋਜੈਸ਼ਨ ਵਿੱਚ ਲਿਆ ਉਹ ਕੀ ਆਪਰੇਟਿੰਗ ਸਿਸਟਮ ਰਨ ਕਰ ਰਿਹਾ, ਉਹਨਾਂ ਦਾ ਕਿਹੜਾ ਵਰਜ਼ਨ ਰਨ ਕਰ ਰਿਹਾ, ਜੋ ਆਈਫੋਨ 13 ਜਾਂ 14 ਹੈ ਉਹਨਾਂ ਨੂੰ ਥੋੜਾ ਜਿਹਾ ਮੁਸ਼ਕਿਲ ਹੈ ਉਹਦੇ ਵਿੱਚ ਉਹਨਾਂ ਨੂੰ ਡਾਟਾ ਕੱਢਣਾ, ਤੇ ਉਹ ਬਹੁਤ ਸਾਰੇ ਚੈਲੰਜਸ ਫੋਰੈਂਸਿਕ ਟੀਮ ਦੇ ਅੱਗੇ ਵੀ ਹੈਗੇ। ਲੇਕਿਨ ਇਹ ਕਿ ਸੌਫਟਵੇਅਰ ਹੁਣ ਕਾਫੀ ਪਾਵਰਫੁਲ ਹੋ ਗਿਆ, ਟੈਕਨੋਲੋਜੀ ਅੱਗੇ ਚਲੀ ਗਈ ਹੈ ਤੇ ਬਹੁਤੀ ਜ਼ਿਆਦਾ ਦੇਰ ਨਹੀਂ ਲੱਗਣੀ ਚਾਹੀਦੀ ਹੈ ਐਵੀਡੈਂਸ ਵਿੱਚੋਂ ਨਿਕਲਣ ਦੇ ਉੱਤੇ। ਅਸੀਂ ਉਮੀਦ ਕਰਦੇ ਹਾਂ ਕਿ ਰਿਪੋਰਟ ਜਦੋਂ ਆਏਗੀ ਉਹਦੇ ਬਾਅਦ ਹੀ ਕੁਝ ਹੋਰ ਤੱਥ ਉਮੀਦ ਕਰਦੇ ਆ ਸਾਹਮਣੇ ਆ ਸਕਣਗੇ। ਰੀਟਾ ਮੈਮ ਤੁਹਾਡੇ ਤੋਂ ਹੁਣ ਮੈਂ ਇਹ ਸਵਾਲ ਹੈ ਕਿ ਜਿਹੜੀ ਲੜਕੀ ਹੈ ਹੁਣ ਜੋ ਉਹ ਕਹਿ ਰਹੀ ਉਹ ਖੁਦ ਬਲੈਕਮੇਲ ਹੋ ਰਹੀ ਸੀ, ਯਾਨੀ ਕਿ ਉਹ ਵਿਕਟਿਮ ਹੁਣ ਪ੍ਰੂਵ ਹੁੰਦੀ ਹੈ, ਉਹ ਖੁਦ ਪੀੜਿਤ ਹੈ, ਸ਼ਾਇਦ ਉਸ ਦੀ ਵੀਡੀਓ ਸੀ ਜਿਸ ਦੇ ਬਲਬੂਤੇ ਤੇ ਜਿਸ ਦੇ ਦਮ ਤੇ ਜਿਹੜਾ ਦੂਜਾ ਮੁਲਜ਼ਮ ਸੀ ਜਿਸਦਾ ਨਾਂ ਸਨੀ ਮਹਿਤਾ ਦੱਸਿਆ ਜਾ ਰਿਹਾ ਹੈ ਔਰ ਇੱਕ ਹੋਰ ਉਸਦਾ ਸਾਥੀ ਰੰਕਜ ਵਰਮਾ ਜਿਹੜੇ ਉਸਨੂੰ ਬਲੈਕਮੇਲ ਕਰ ਰਹੇ ਸੀ ਕਿ ਤੂੰ ਹੋਰ ਲੜਕੀਆਂ ਦੀ ਵੀਡੀਓ ਬਣਾ,
उसने इसी करके होर लड़कियां ਦੀ ਵੀਡੀਓ ਬਣਾਏ ਦਬਾਏ ਜਾ ਕੇ ਸੋ ਉਹ ਵਿਕਟਿਮ ਕਹੀ ਜਾਏਗੀ ਹੁਣ ਬੜਾ ਸਹੀ ਹੈ ਅੱਜ ਦੇ ਕੰਟੈਕਸਟ ਦੇ ਵਿੱਚ, ਬਟ ਆਈ ਥਿੰਕ ਇਹ ਪਲੇਇੰਗ ਅ ਵਿਕਟਮ ਇਜ਼ ਦ ਬੈਸਟ ਡਿਫੈਂਸ। ਮੈਂ ਕੁਝ ਗਲਤ ਕਰਤਾ, ਜਦੋਂ ਮੈਂ ਫੜੇ ਜਾਵਾਂ ਤੇ ਮੈਂ ਆਪ ਆਪਣਾ ਵਿਕਟਮ ਕਾਰਡ ਪਲੇ ਕਰਨਾ ਸ਼ੁਰੂ ਕਰ ਦਿਆਂ। ਆਈ ਡੋਂਟ ਥਿੰਕ ਅਸੀਂ ਆਪ ਇੱਕ ਫੀਮੇਲ ਹੋ ਕੇ ਇਹ ਨਹੀਂ ਹੈ ਕਿ ਆਈ ਵਿਲ ਆਲਵੇਜ਼ ਸਪੋਰਟ ਅ ਫੀਮੇਲ, ਬਿਕੋਜ਼ ਦੂਜੇ ਪਾਸੇ ਵੀ ਹੁੰਦੀਆਂ ਕੁੜੀਆਂ ਹੀ ਨੇ। ਸੋ ਆਪਣੇ ਆਪ ਨੂੰ ਇੱਕ ਵਿਕਟਮ ਕਾਰਡ ਪਲੇ ਕਰਨਾ ਬੜਾ ਆਸਾਨ ਹੈ, ਉਹਨੂੰ ਜਸਟੀਫਾਈ ਕਰਨਾ ਸ਼ਾਇਦ ਉਹਨਾਂ ਆਸਾਨ ਨਹੀਂ ਹੋਏਗਾ, ਕਿਉਂਕਿ ਜੇ ਤੁਹਾਡੇ ਨਾਲ ਇੱਕ ਗਲਤ ਹੋ ਰਿਹਾ ਸੀ, ਪਹਿਲਾਂ ਯੂ ਆਰ ਅ ਪਾਰਟ ਆਫ ਦ ਕ੍ਰਾਈਮ, ਜੇ ਤੁਸੀਂ ਉਸ ਕ੍ਰਾਈਮ ਦੇ ਖਿਲਾਫ ਨਾ ਖੜੇ ਹੋ ਰਹੇ ਹੋ ਨਾ ਆਵਾਜ਼ ਚੁੱਕ ਰਹੇ ਹੋ। ਦੂਸਰਾ, ਉਹ ਹੋਰ ਹੀਨੀਅਸ ਕ੍ਰਾਈਮ ਬਣ ਜਾਂਦਾ ਹੈ ਜਦੋਂ ਤੁਸੀਂ ਬਾਕੀਆਂ ਨੂੰ ਵੀ ਉਹਦੇ ਵਿੱਚ ਇੰਟਰੈਪ ਕਰਨਾ ਸ਼ੁਰੂ ਕਰਦੇ ਹੋ। ਸੋ ਮੈਨੂੰ ਨਹੀਂ ਲੱਗਦਾ ਕਿ ਪਲੇਇੰਗ ਅ ਵਿਕਟਮ ਕਾਰਡ ਨਾਲ ਉਸ ਲੜਕੀ ਨੂੰ ਕੋਈ ਫਾਇਦਾ ਹੋਣ ਵਾਲਾ ਹੈ। ਉਹਨੇ ਗਲਤ ਕੀਤਾ ਹੈ, ਸ਼ੀ ਹੈਜ਼ ਟੂ ਐਕਸੈਪਟ ਇਟ, ਐਂਡ ਉਹਦੀ ਜਿਹੜੀ ਸਜ਼ਾ ਹੈ। ਬਟ ਅਗੇਨ ਇਹ ਸਭ ਮੰਨ ਲੈਣਾ ਕਿ ਅਖਬਾਰਾਂ ਇਹ ਕਹਿੰਦੀਆਂ ਹੈ, ਦੇਖੋ ਸਾਡਾ ਵੀ ਇੰਨੇ 30 ਸਾਲ ਦਾ ਤਜਰਬਾ ਪ੍ਰੋਫੈਸ਼ਨ ਦੇ ਵਿੱਚ ਹੈ, ਸਾਨੂੰ ਇਹੀ ਹੈ ਕਿ ਅਖਬਾਰਾਂ ਦੀ ਖਬਰਾਂ ਤੇ ਹਲੇ ਆਪਾਂ ਨਾ ਬਿਲੀਵ ਕਰੀਏ, ਕਿਉਂਕਿ ਪੁਲਿਸ ਇਜ਼ ਯੈਟ ਟੂ ਇਨਵੈਸਟੀਗੇਟ। ਹਲੇ ਸਾਰਾ ਹੀ offense ਬਿਲਕੁਲ ਇਨ ਦੀ ਰੈਲਮ ਆਫ, ਹਲੇ ਤਾਂ ਸ਼ੁਰੂਆਤ ਹੈ। ਸੋਨੀ ਜੀ ਨੇ ਵੀ ਕਿਹਾ ਕਿ ਇਹਦੇ ਫੋਰੈਂਸਿਕ ਐਕਸਪਰਟਸ ਹਲੇ ਕੰਮ ਸ਼ੁਰੂ ਕਰਨਗੇ। ਇਹ ਮੰਨ ਕੇ ਚੱਲੋ ਕਿ ਈਵਨ ਪੀਨਲ offenses ਦੇ ਵਿੱਚ ਜਦੋਂ ਫੋਰੈਂਸਿਕ ਐਕਸਪਰਟ ਆਂਦਾ ਹੈ, ਉਹਨਾਂ ਨੂੰ ਬਹੁਤ ਟਾਈਮ ਲੱਗਦਾ ਹੈ। ਇਹਦੇ ਵਿੱਚ ਤੁਸੀਂ ਇੱਕ ਤਰ੍ਹਾਂ ਮੰਨੋ ਕਿ ਜਿਵੇਂ ਹਵਾ ਜਿਹੜੀ ਹੈ ਉਹ ਪੂਰੀ ਸਪੇਸ ਦੇ ਵਿੱਚ ਫੈਲ ਜਾਏ ਤੇ ਅਸੀਂ ਕਹੀਏ ਅਸੀਂ ਉਹ ਸਾਰੀ ਹਵਾ ਨੂੰ ਇਕੱਠਾ ਕਰ ਲਈਏ। that is exactly in layman's language cyber space and cloud space is। ਮੈਂ ਜੇ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਜਿੰਨੇ ਅੱਜ ਕੱਲ ਸਾਈਬਰ ਠੱਗੀ ਦੇ ਮਾਮਲੇ ਹੋ ਰਹੇ ਹਨ, ਮੇਰੀ ਪਿੱਛੇ ਪੰਜਾਬ ਦੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਆਫੀਸਰ ਨਾਲ ਗੱਲ ਹੋ ਰਹੀ ਸੀ, ਜਿਹੜੇ ਇਹਨਾਂ ਮਾਮਲਿਆਂ ਦੀ ਤਫਤੀਸ਼ ਲਈ ਪੈਨ ਇੰਡੀਆ ਘੁੰਮ ਰਹੇ ਸੀ। ਉਹ ਕੈਲਕਟਾ ਵੀ ਗਏ, ਵੈਸਟ ਬੰਗਾਲ ਗਏ, ਝਾਰਖੰਡ ਗਏ, ਮੁੰਬਈ ਗਏ। ਐਂਡ ਮੈਂ ਜਨਰਲੀ ਗੱਲ ਕਰ ਰਹੀ ਸੀ ਕਿ ਜਦੋਂ ਕਿਸੇ ਦਾ ਪੈਸਾ ਇਸ ਤਰ੍ਹਾਂ ਜਾਂਦਾ ਹੈ, ਤੁਸੀਂ ਲੋਕ ਇੰਨੀ ਐਫਰਟ ਲਗਾ ਰਹੇ ਹੋ, is it really feasible to retrieve everything? It is virtually impossible. The speed with which everything travels world over, ਤੁਸੀਂ suppose ਇਹਦੇ ਵਿੱਚ ਹੀ with one click in one huge group ਕੋਈ ਫੋਟੋ ਭੇਜਤੀ, ਕਿੰਨੇ ਤੁਸੀਂ ਟਰੈਕਿੰਗਸ ਲਾਓਗੇ। ਸਪੋਜ਼ ਉਸ ਗਰੁੱਪ ਦੇ ਵਿੱਚ 250 ਬੰਦੇ ਹੈ, ਉਹ 250 ਬੰਦਿਆਂ ਨੇ ਅੱਗੇ 100 ਨੂੰ ਭੇਜਿਆ, ਇੱਕ ਨੇ 200 ਨੂੰ ਭੇਜ, it's virtually impossible to actually get the ਅਸੀਂ ਹਵਾ ਸਾਰੀ ਇਕੱਠੀ ਨਹੀਂ ਕਰ ਸਕਦੇ ਹਾਂ, ਜਿੰਨੀ ਪ੍ਰਦੂਸ਼ਿਤ ਹਵਾ ਬਾਹਰ ਫੈਲ ਰਹੀ ਹੈ, ਜਿਵੇਂ ਉਹਨੂੰ ਨਹੀਂ ਇਕੱਠਾ ਕਰ ਸਕਦੇ, ਸੇਮ ਵੇ ਅਸੀਂ ਉਹ ਸਾਰਾ ਕੁਝ ਇਕੱਠਾ ਨਹੀਂ ਕਰ ਸਕਦੇ। ਹੁਣ ਜਿਹੜੀ ਇਨਵੈਸਟੀਗੇਸ਼ਨ ਟੀਮ ਦੀ ਐਫਰਟ ਹੈ, ਇਟ ਇਜ਼ ਓਨਲੀ ਟੂ ਫਾਈਂਡ ਆਊਟ ਕ੍ਰਾਈਮ offense ਕਿੰਨਾ ਸੀਰੀਅਸ ਸੀ, ਉਹਨਾਂ ਨੇ ਮਜ਼ੇ ਵਾਸਤੇ ਕੀਤਾ ਕਿ ਉਹਨਾਂ ਦਾ ਐਕਚੁਅਲੀ ਅੱਗੇ ਕੋਈ ਪਰਪਸ ਸੀ, was it that they were making money out of it, ਕਿ ਉਹਨਾਂ ਦੇ ਆਪਣੇ ਤੱਕ ਸੀਮਿਤ ਸੀ। ਆਈ ਥਿੰਕ ਇਹ ਡਾਇਮੈਂਸ਼ਨਸ ਤਾਂ ਵਰਕੇਬਲ ਹੈ, ਇਨਵੈਸਟੀਗੇਸ਼ਨ ਹੋ ਸਕਦੀ ਹੈ। ਬਟ ਜੇ ਅਸੀਂ ਇਹ ਸੋਚੀਏ ਕਿ ਅੱਜ ਸਾਨੂੰ ਇਹ ਪਤਾ ਲੱਗ ਜਾਏ ਕਿੱਥੇ ਕਿੱਥੇ ਗਿਆ, ਉਹ ਵੀ ਆਈ ਥਿੰਕ ਸੋਨੀ ਜੀ ਇਜ਼ ਰਾਈਟ ਟੂ ਐਨ ਐਕਸਟੈਂਟ, ਸਾਡੇ ਕੋਲ ਡਿਵਾਈਸਿਸ ਆ ਜਾਣ, we may be able to find out ਇਹਨੂੰ ਫਾਰਵਰਡ ਕੀਤਾ ਸੀ, ਬਟ completing the chain is virtually impossible। so I think ਪੁਲਿਸ ਵੀ ਹਲੇ ਬਹੁਤ ਹੀ ਇੱਕ I would say infant stage ਤੇ ਹੈ, ਹਲੇ ਤਾਂ ਬਿਲਕੁਲ FIR ਰਜਿਸਟਰ ਹੋਈ ਹੈ। ਆਮ ਸ਼ੋਰ ਹਾਲੇ ਉਹਨਾਂ ਨੂੰ offenses ਵੀ ਨਹੀਂ ਪਤਾ ਹੋਣੇ ਕਿ ਲਾਈਏ ਕਿਹੜੇ, ਕਿ ਸੇਲ ਆਫ obscene ਮਟੀਰੀਅਲ ਹੋਈ ਹੈ ਕਿ ਨਹੀਂ ਹੋਈ, ਕਿਸੇ ਜੁਵੇਨਾਈਲ ਨੂੰ ਯੰਗਰ 18 ਸਾਲ ਤੋਂ ਘੱਟ ਦੇ ਬੱਚੇ ਕੋਲ ਗਿਆ ਹੈ ਕਿ ਨਹੀਂ ਗਿਆ। ਮਤਲਬ ਉਹਦੇ ਵਿੱਚ ਹਲੇ offense IPC ਦੇ ਲਗਾਉਣਾ ਵੀ ਮੁਸ਼ਕਿਲ ਹੈ, ਕੁਝ ਮਟੀਰੀਅਲ ਨਿਕਲੇਗਾ ਜਾਂ ਫਿਰ ਉਹੀ 161 ਦੇ ਬਿਆਨ ਦਰਜ ਹੋ ਜਾਣਗੇ, ਕੁਝ ਨਾ ਕੁਝ ਕਰਕੇ ਅਸੀਂ offense ਲਗਾ ਦਈਏ ਕਿ IT ਦੇ ਵੀ ਲੱਗ ਗਏ, IPC ਦੇ ਲੱਗ ਗਏ। ਬਟ ਆਈ ਥਿੰਕ ਹਲੇ lot more needs to be done। but yes, ਇਹੋ ਜਿਹੇ ਟਾਕ ਸ਼ੋਜ਼ ਨਾਲ ਐਜੂਕੇਟ ਕਰਨਾ ਬੱਚਿਆਂ ਨੂੰ ਨਿਹਾਇਤ ਜ਼ਰੂਰੀ ਹੈ, ਮੋਸਟ ਇੰਪੋਰਟੈਂਟ ਹੈ। ਐਂਡ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ offense ਕਿੱਥੇ ਸ਼ੁਰੂ ਹੋ ਰਿਹਾ ਹੈ। ਸੀ ਕਿਸੇ ਦਾ ਵੀ ਵੀਡੀਓ ਰਿਕਾਰਡ ਕਰਨਾ ਪਬਲਿਕ ਪਲੇਸ ਤੇ ਕੋਈ offense ਨਹੀਂ ਹੈ, ਹਰ ਇੱਕ ਨੂੰ ਇਹ ਪਤਾ ਹੋਣਾ ਚਾਹੀਦਾ ਹੈ, ਕੋਈ offense ਨਹੀਂ ਹੈ ਅਗਰ ਕੋਈ ਐਸਾ ਐਕਟ ਕਰ ਰਿਹਾ ਹੈ which can be done in a public space, provided it is something you are forwarding, you are recording something objectionable, you are मैं ਤੁਹਾਡੇ ਨਾਲ public space ਤੇ ਗੱਲ ਕਰ ਰਹੀ ਹਾਂ, ਫੋਟੋ ਖਿੱਚਣਾ offense ਨਹੀਂ ਹੈ, but what I'm talking to you, if somebody records that, that is an offense। ਕਿਉਂਕਿ ਅਸੀਂ 1 to 1 ਕਰ ਰਹੇ ਹਾਂ। ਸਾਰੇ ਉਹ ਐਕਟ ਜਿਹੜੇ ਇੱਕ ਪ੍ਰਾਈਵੇਟ ਸਪੇਸ ਦੇ ਵਿੱਚ ਕਰੇ ਜਾਣੇ ਚਾਹੀਦੇ ਹੈ ਜਾਂ ਹੋਣੇ ਚਾਹੀਦੇ ਹੈ ਜਾਂ ਮੈਂ ਸੋਚਦੀ ਹਾਂ ਕਿ ਹੋ ਰਹੇ ਹੈ, ਉਹਨੂੰ ਕੋਈ ਪਬਲਿਕ ਕਰ ਰਿਹਾ ਹੈ, it is an offense।
ਸੋ ਸਾਨੂੰ ਆਈ ਥਿੰਕ ਇਹ ਟਾਈਮ ਆ ਗਿਆ ਕਿ ਅਸੀਂ ਆਪਣੀ ਪ੍ਰਾਈਵੇਸੀ ਨੂੰ ਬਹੁਤ 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 ਸਟ੍ਰਿਕਟਲੀ ਗਾਰਡ ਕਰੀਏ ਐਂਡ ਬੱਚਿਆਂ ਨੂੰ ਰਾਈਟ ਫਰਮ ਦੀ ਚਾਈਲਡਹੁੱਡ ਇਹ ਸਿਖਾਈਏ ਕਿ ਯੋਰ ਸਪੇਸ ਇਜ਼ ਯੋਰ ਸਪੇਸ ਐਂਡ ਨੋਬਡੀ ਕੈਨ ਇੰਟਰਫੇਅਰ ਦੇयर ਕਿਸੇ ਵੀ ਤਰ੍ਹਾਂ, ਚਾਹੇ ਉਹ ਫੋਨ ਦੇ ਥਰੂ ਹੈ, ਕੰਪਿਊਟਰ ਦੇ ਥਰੂ ਹੈ, ਕਿਸੇ ਵੀ ਤਰ੍ਹਾਂ ਕੋਈ ਤੁਹਾਡੀ ਪਰਸਨਲ ਸਪੇਸ ਦੇ ਵਿੱਚ ਇੰਟਰਫੇਅਰ ਤਦ ਤੱਕ ਨਹੀਂ ਕਰ ਸਕਦਾ ਜਦੋਂ ਤੱਕ ਕਿ ਤੁਸੀਂ ਉਹਨੂੰ ਇਜਾਜ਼ਤ ਨਾ ਦਿਓ। ਸੋ ਮੈਮ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਹੋਰ ਲੜਕੀਆਂ ਨੂੰ ਕੈਨੇਡਾ ਤੋਂ ਫੋਨ ਆਏ ਨੇ, ਉਹਨਾਂ ਨੇ ਕਿਹਾ ਕਿ ਸਾਡੇ ਕੋਲ ਤੁਹਾਡੀ ਵੀਡੀਓ ਹੈ, ਚੁੱਪ ਰਹੋ ਵਰਨਾ ਤੁਹਾਡੀ ਵੀਡੀਓ ਵਾਇਰਲ ਕਰ ਦਾਂਗੇ। ਇੱਥੇ ਤੱਕ ਮਾਮਲਾ ਪਹੁੰਚਦਾ ਨਜ਼ਰ ਆ ਰਿਹਾ ਹੈ। ਇਹ ਸਭ ਖਬਰਾਂ ਸਾਹਮਣੇ ਆ ਰਹੀਆਂ ਨੇ, ਤੱਥ ਕੀ ਨੇ, ਸੱਚਾਈ ਕੀ ਹੈ, ਸਾਹਮਣੇ ਆਏਗੀ। ਔਰ ਇੱਕ ਹੋਰ ਕਿ ਇਸ ਚੀਜ਼ ਨੂੰ ਡਿਨਾਈ ਕੀਤਾ ਜਾ ਸਕਦਾ ਹੈ ਕਿ ਪੋਰਨੋਗ੍ਰਾਫੀ ਦੇ ਨਾਲ ਇਹ ਪੂਰਾ ਮਾਮਲਾ ਜੁੜਿਆ ਹੋ। ਰੀਟਾ ਮੈਮ, ਅੱਜ ਦੀ ਤਾਰੀਖ ਦੇ ਵਿੱਚ ਡਿਨਾਈ ਕੁਝ ਵੀ ਨਹੀਂ ਕੀਤਾ ਜਾ ਸਕਦਾ, ਅਸੀਂ ਸਿਰਫ ਉਹਨੂੰ ਪ੍ਰੂਵ ਹੋਣ ਦੀ ਵੇਟ ਕਰ ਰਹੇ ਹਾਂ। ਅਸੀਂ ਡਿਨਾਈਲ 'ਚ ਜਾ ਹੀ ਨਹੀਂ ਸਕਦੇ ਬਿਕੋਜ਼ ਲੜਕੀ ਕਰ ਰਹੀ ਹੈ। ਤੁਸੀਂ ਸ਼ੁਰੂਆਤ ਬਹੁਤ ਸੋਹਣੀ ਕੀਤੀ ਸੀ ਕਿ ਲੜਕੀਆਂ ਦੇ ਵਿੱਚ ਹੀ ਮਹਿਫੂਜ਼ ਨਹੀਂ ਹੈ, ਤੇ ਜੇ ਕੋਈ ਲੜਕੀ ਕਰ ਰਹੀ ਹੈ ਵਾਟ ਇਜ਼ ਹਰ ਮੋਟਿਵ ਬਿਹਾਈਂਡ ਇਟ, ਐਂਡ ਜੇ ਉਹ ਪਬਲਿਕਲੀ ਇੱਕ ਤੋਂ ਬਾਅਦ ਇੱਕ ਦਾ ਕਰ ਰਹੀ ਹੈ, देयर हैज टू बी अ रीजन, अ पर्पस, अ मोटिव। सो ਉਹਦਾ ਮੋਟਿਵ ਲੱਭਣ ਵਾਸਤੇ ਇਹ ਚੀਜ਼ਾਂ ਬਿਲਕੁਲ ਸੱਚ ਹੋ ਸਕਦੀਆਂ ਹੈ। ਪੋਰਨੋਗ੍ਰਾਫਿਕ ਐਂਗਲ ਹੋ ਸਕਦਾ ਹੈ, ਮਤਲਬ ਕੁਝ ਵੀ ਹੋ ਸਕਦਾ ਹੈ। ਸੋ ਅਸੀਂ ਸਿਰਫ ਇਹ ਵੇਟ ਕਰ ਰਹੇ ਹਾਂ ਕਿ ਪਤਾ ਲੱਗੇ ਕਿ ਹੈ ਕਿਸ ਹੱਦ ਤੱਕ ਜਾ ਸਕਦਾ ਹੈ। ਬਟ ਉਹ ਸਭ ਲੱਭਣ ਤੋਂ ਪਹਿਲਾਂ ਅਸੀਂ ਇਸ ਦੇ ਮੁੱਦੇ ਤੇ ਗੱਲ ਕਰਨੀ, ਮਤਲਬ ਜ਼ਿਆਦਾ ਤੋਂ ਜ਼ਿਆਦਾ ਕਰੀਏ, ਇਹਨੂੰ ਇੱਕ ਕ੍ਰੈਸੈਂਡੋ ਤੱਕ ਲੈ ਕੇ ਜਾਈਏ ਕਿ ਇਹ ਇੱਕ ਮਾਮਲਾ ਇਸ ਤੋਂ ਬਾਅਦ ਕਦੀ ਕਿਸੇ ਦੀ ਪ੍ਰਾਈਵੇਸੀ ਇਨਫ੍ਰਿੰਜਮੈਂਟ ਨਾ ਹੋਵੇ। ਇੱਕ ਹੋ ਗਿਆ, ऑब्वियसली गवर्नमेंट सारी श्योर कर रही है, सपोर्ट कर रही है उन्होंने लड़कियों ਨੂੰ ਜਿੱਥੋਂ ਤੱਕ ਹੋ ਸਕੇਗਾ ਉਹ ਵੀਡੀਓਜ਼ ਡਿਲੀਟ ਹੋ ਜਾਣਗੇ। ਇੱਕ ਮੇ ਬੀ ਅ ਪਬਲਿਕ ਅਪੋਲੋਜੀ ਵੀ ਆ ਜਾਏ, ਪਬਲਿਕ ਮੈਸੇਜ ਵੀ ਆ ਜਾਏ ਕਿ ਇਹਨਾਂ ਲੜਕੀਆਂ ਦੇ ਕੋਈ ਵੀਡੀਓ ਇਹਨਾਂ ਨੂੰ ਸੀਰੀਅਸਲੀ ਨਾ ਲਿਆ ਜਾਏ। ਥੀਸ ਹੈਵ ਬੀਨ ਡਨ ਬਿਹਾਈਂਡ देयर बैक्स एंड ਇਨਫ੍ਰਿੰਜਮੈਂਟ ਆਫ ਪ੍ਰਾਈਵੇਸੀ ਹੋਏਗੀ। ਜੇ ਕੋਈ ਵੀ ਇਹਨੂੰ ਸਰਕੂਲੇਟ ਕਰੇਗਾ ਉਹਦੇ ਖਿਲਾਫ ਐਕਸ਼ਨ ਹੋਏਗਾ। ਉਹ ਸਾਰੇ ਮਾਮਲੇ ਇੱਕ ਤਰ੍ਹਾਂ ਦੇ ਹੈ, ਬਟ ਮੈਨੂੰ ਇਹ ਲੱਗਦਾ ਹੈ ਕਿ ਇਹ ਯੰਗਰ ਲੋਟ ਵਾਸਤੇ, ਯੰਗ ਬੱਚਿਆਂ ਵਾਸਤੇ ਇਹ ਲੈਸਨ ਹੋਣਾ ਚਾਹੀਦਾ ਹੈ ਇੱਕ ਕੇਸ ਕਿ ਇਸ ਤੋਂ ਬਾਅਦ ਦੁਬਾਰਾ ਕਦੀ ਐਸਾ ਮੌਕਾ ਨਾ ਆਏ ਕਿ ਸਾਨੂੰ ਪਤਾ ਹੀ ਨਾ ਲੱਗੇ। ਨੰਬਰ 1 ਨੰਬਰ 2 ਆਈ ਥਿੰਕ ਇੰਸਟੀਟਿਊਸ਼ਨਸ ਨੂੰ ਐਂਡ ਪਬਲਿਕ ਪਲੇਸਿਸ ਤੇ, ਅਸੀਂ 에ਅਰਪੋਰਟਸ ਤੇ ਵੀ ਦੇਖਦੇ ਹਾਂ ਇਨਵੇਰੀਏਬਲੀ ਵਾਸ਼ਰੂਮਸ ਹੈਵ ਹਾਫ ਡੋਰਸ, ਉੱਪਰੋਂ ਖੁੱਲਾ ਹੈ, ਨੀਚੋਂ ਖੁੱਲਾ ਹੈ। ਆਈ ਥਿੰਕ ਇੰਸਟੀਟਿਊਸ਼ਨਸ ਦੇ ਵਿੱਚ ਹੁਣ ਇਹਨਾਂ ਨੂੰ ਕੁਛ ਨਾ ਕੁਛ ਐਕਸ਼ਨ ਲੈ ਕੇ ਦੇ ਹੈਵ ਟੂ ਪੁੱਟ देयर ਹੈਡਸ ਟੂਗੇਦਰ ਕਿ ਤੁਸੀਂ ਉਹਨਾਂ ਨੂੰ ਕਵਰ ਕਰਨਾ ਹੈ, ਜਾਂ ਜਦੋਂ ਕੋਈ ਅੰਦਰ ਹੈ nobody else would be allowed to get inside। ਕੁਛ ਨਾ ਕੁਛ ਮੈਜਰ ਲੈਣੇ ਹੀ ਪੈਣਗੇ ਤਾਂ ਕਿ ਇਹੋ ਜਿਹੀ ਰਿਪੀਟ ਕਿਤੇ ਵੀ ਨਾ ਹੋਵੇ, ਕਿਉਂਕਿ ਮੁੰਬਈ ਦਾ ਸੈਕਿੰਡ ਸਾਹਮਣੇ ਆ ਗਿਆ। ਸੋ ਕਿਤੇ ਨਾ ਕਿਤੇ ਉਹਨੂੰ ਇਨਸ਼ੋਰ ਕਰਨਾ ਪਏਗਾ ਕਿ ਉਹ ਪ੍ਰਾਈਵੇਟ ਸਪੇਸ ਕੰਪਲੀਟਲੀ ਪ੍ਰਾਈਵੇਟ ਰਹੇ। और खुद लड़कियों ਨੂੰ कितनी सचेत होने की जरूरत है। फाइनल कमेंट फ्रॉम रीटा मैम ਤੁਹਾਡੇ ਤੋਂ। ਦੇਖੋ, ਸਚੇਤ ਅਸੀਂ ਇੱਕ ਹੱਦ ਤੱਕ ਹੋ ਸਕਦੇ ਹਾਂ। ਜਿਵੇਂ ਕਿਹਾ ਜਾਂਦਾ ਹੈ ਕਿ ਮਰਡਰ ਨਾ ਕਰੋ ਕਿਉਂਕਿ ਆਫੈਂਸ ਹੈ, ਬਟ ਇਹਦਾ ਮਤਲਬ ਇਹ ਨਹੀਂ ਹੁੰਦਾ ਮਰਡਰ ਨਹੀਂ ਹੁੰਦੇ। ਟੈਕਨੋਲੋਜੀ ਡਿਵਾਈਸਿਸ ਐਸੀਆਂ ਆ ਗਈਆਂ ਹੈ। ਮੇਰੇ ਕੋਲ ਇੱਕ ਕੇਸ ਦੇ ਵਿੱਚ ਮੈਨੂੰ ਇੱਕ ਲੜਕੀ ਨੇ ਲਿਆ ਕੇ ਦੱਸਿਆ ਸੀ ਕਿ ਉਹਦੇ ਹਸਬੈਂਡ ਨੇ, ਜਿਵੇਂ ਦੀ ਸਾਡੇ ਫੋਨ ਦਾ ਚਾਰਜਰ ਹੁੰਦਾ ਹੈ, ਉਹ ਜਿਹੀ ਡਿਵਾਈਸ ਉਹਦੇ ਬੈਡਰੂਮ 'ਚ ਲਗਾਈ ਹੋਈ ਸੀ ਐਂਡ ਹੀ ਵਾਸ ਰਿਕਾਰਡਿੰਗ ਐਵਰੀਥਿੰਗ। ਸੋ ਅਸੀਂ ਕਿੰਨੀ ਵੀ ਕੋਸ਼ਿਸ਼ ਕਰ ਲਈਏ ਕਿ ਅਸੀਂ ਹਰ ਨੁੱਕ ਐਂਡ ਕਾਰਨਰ ਚੈੱਕ ਕਰੀਏ, पेंसिल साइज डॉट्स वर्गे कैमराज आ गए हैं, टेक्नोलॉजी इतनी ज्यादा आगे है। ਅਸੀਂ ਕਿਤੇ ਨਾ ਕਿਤੇ ਇਹ ਪ੍ਰੋਜੈਕਟ ਕਰੀਏ, ਆਈ ਐਮ ਅਵੇਅਰ ਆਫ ਮਾਈ ਰਾਈਟਸ, ਕੋਈ ਇਨਫ੍ਰਿੰਜ ਕਰੇਗਾ ਆਈ ਟੇਕ ਐਕਸ਼ਨ। ਵਿਕਟਮ ਕਾਰਡ ਨਹੀਂ ਪਲੇ ਕਰਨਾ ਕਿ ਮੇਰੇ ਨਾਲ ਹੋ ਗਿਆ, ਪਹਿਲਾਂ ਆਪਣੇ ਆਪ ਨੂੰ ਐਜੂਕੇਟ ਕਰ ਲਈਏ ਐਂਡ ਬੀ ਅਲਰਟ ਔਨ ਦੈਟ। ਫਿਰ ਜੇ ਕੁਝ ਹੋ ਜਾਏ ਦੈਨ ਆਫ ਕੋਰਸ ਦ ਲਾਅ ਇਜ਼ देयर ਟੂ ਪ੍ਰੋਟੈਕਟ ਯੂ। ਬਿਲਕੁਲ ਅਰੁਣ ਜੀ, ਟੈਕਨੋਲੋਜੀ ਇੰਨੀ ਅੱਗੇ ਵੱਧ ਚੁੱਕੀ ਹੈ, ਹੁਣ ਇਸ ਦਾ ਦੁਰਉਪਯੋਗ ਨਾ ਹੋਵੇ, ਉਹ ਰੁਕੇ, ਉਹ ਕਿਸ ਤਰ੍ਹਾਂ ਹੋਏਗਾ? ਉਹ ਰੋਕਣ ਲਈ ਤਾਂ ਬੇਸਿਕਲੀ ਪੇਰੈਂਟਸ ਨੂੰ ਪਹਿਲ ਕਰਨੀ ਪੈਣੀ ਹੈ ਕਿ ਜਿਹੜੇ ਸ਼ੁਰੂ ਤੋਂ ਹੀ ਬੱਚੇ ਨੂੰ ਗਾਈਡ ਕੀਤਾ ਜਾਏ, ਕਿ ਸਮਝਾਇਆ ਜਾਏ ਕਿ ਇੰਟਰਨੈਟ ਬੇਸਿਕਲੀ ਇਟਸ ਲਾਈਕ ਵੈਟ ਮਡ। ਤੁਸੀਂ ਆਪਣੇ ਡਿਜੀਟਲ ਫੁੱਟਪ੍ਰਿੰਟ ਕ੍ਰੀਏਟ ਕਰਦੇ ਜਾ ਰਹੇ ਹੋ। ਅੱਜ ਕੱਲ੍ਹ ਤਾਂ ਇਹ ਵੀ ਹੈ ਕਿ ਜੇ ਤੁਸੀਂ ਫੋਰਨ ਯੂਨੀਵਰਸਿਟੀ 'ਚ ਐਡਮਿਸ਼ਨ ਲੈਣੀ ਹੈ ਤਾਂ ਉਹ ਤੁਹਾਡੇ ਫੁੱਟਪ੍ਰਿੰਟਸ ਦੇਖਦੇ ਆ ਪਹਿਲਾਂ ਕਿ ਤੁਸੀਂ ਕਿਹੜਾ ਕਮੈਂਟ ਪੋਸਟ ਕੀਤਾ ਸੀ, ਤੁਸੀਂ ਕਿਸੇ ਦਾ ਤੁਹਾਡੇ ਖਿਲਾਫ ਕੋਈ IT ਐਕਟ ਅਗੇਂਸਟ ਕੋਈ ਕੰਪਲੇਂਟ ਤੇ ਨਹੀਂ ਹੈਗੀ, ਜਾਂ ਤੁਹਾਡਾ ਕੋਈ ਪ੍ਰੋਫਾਈਲ ਦੇ ਵਿੱਚ ਕੋਈ ਆਬਜੈਕਸ਼ਨਲ ਫੋਟੋਗ੍ਰਾਫ ਨਹੀਂ ਹੈਗੀ, ਉਸ ਬੇਸ ਤੇ ਤੁਹਾਡੀ ਐਡਮਿਸ਼ਨ ਵੀ ਰਿਫਿਊਜ਼ ਹੋ ਜਾਂਦੀ ਹੈ। ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਸਮਝਣੀਆਂ ਪੈਣਗੀਆਂ ਬੱਚਿਆਂ ਨੂੰ। ਤੇ ਨਾਲ ਇੱਕ ਇਹ ਵੀ ਹੈ ਕਿ ਟੈਕਨੀਕਲੀ ਜਿਸ ਤਰ੍ਹਾਂ ਮੈਡਮ ਨੇ ਕਿਹਾ ਕਿ ਵਿਕਟਿਮ ਕਾਰਡ ਨਹੀਂ ਪਲੇ ਕਰਨਾ ਸੀ, ਤੇ ਨਾਲ ਤੁਸੀਂ ਟੈਕਨੀਕਲੀ ਜੇ ਸਟਰੋਂਗ
ਤੁਹਾਨੂੰ ਆਪਣੇ ਆਪ ਨੂੰ ਕਰਨਾ ਪੈਣਾ ਕਿ ਕਿਸ ਤਰ੍ਹਾਂ ਪ੍ਰੋਟੈਕਟ ਕਰੀਏ, ਕਿਉਂਕਿ ਸਿਰਫ ਇਹ ਇੱਕ ਇਨਸੀਡੈਂਟ ਨਹੀਂ ਹੈ ਕਿ ਜਿੱਥੇ ਚਲੋ ਵੀਡੀਓਜ਼ ਵਾਇਰਲ ਹੋ ਗਏ, ਇਹ ਅਸੀਂ ਇੱਕ ਚਲੋ ਪਾਰਟ ਲੈ ਸਕਦੇ ਹਾਂ, ਇੰਸਟੈਂਸ ਕਹਿ ਸਕਦੇ ਹਾਂ, ਪਰ ਹੁਣ ਦੇ ਟ੍ਰਾਇਲ ਰੂਮ ਦੇ ਵਿੱਚ ਸਪਾਈ ਕੈਮਸ ਲੱਗੇ ਹੁੰਦੇ ਆ, ਜਾਂ ਹੋਟਲ ਰੂਮ ਦੇ ਵਿੱਚ ਸਪਾਈ ਕੈਮਸ ਲੱਗੇ ਹੁੰਦੇ ਆ, ਉਸ ਦੇ ਅਗੇਂਸਟ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਪ੍ਰੋਟੈਕਟ ਕਰਨਾ ਆਪਣੇ ਆਪ ਨੂੰ। ਤੁਸੀਂ ਕਮਰੇ ਜਾਣਾ ਤਾਂ ਕੀ ਕਰਨਾ, ਟ੍ਰਾਇਲ ਰੂਮ ਜਾਣਾ ਤਾਂ ਕੀ ਕਰਨਾ, ਤੁਹਾਨੂੰ ਤੁਹਾਡੀ ਸਿਕਿਉਰਿਟੀ, ਫਿਜ਼ੀਕਲ ਸਿਕਿਉਰਿਟੀ, ਤੁਹਾਡੀ ਟੈਕਨੀਕਲ ਸਿਕਿਉਰਿਟੀ, ਤੁਹਾਡੇ ਇਮੋਸ਼ਨਲ ਸਿਕਿਉਰਿਟੀ, ਇਹ ਸਭ ਚੀਜ਼ਾਂ ਕੰਬਾਈਨ ਕਰਕੇ ਤੁਹਾਨੂੰ ਆਪਣੇ ਆਪ ਨੂੰ ਚੱਲਣਾ ਪੈਣਾ, ਕਿਉਂਕਿ ਇਹ ਮੋਬਾਈਲ ਜਿਹੜੇ ਹੈਗੇ ਆ ਜਾਂ ਜਿਹੜੇ ਡਿਵਾਈਸਿਸ ਆ ਬਹੁਤ ਪਾਵਰਫੁਲ ਹੈਗੇ ਆ। ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ, ਇਸ ਚਰਚਾ ਵਿੱਚ ਸ਼ਾਮਲ। ਸ਼ੁਕਰੀਆ। ਸੋ ਚੰਡੀਗੜ੍ਹ ਯੂਨੀਵਰਸਿਟੀ MMS ਕਾਂਡ ਵਿੱਚ ਨਿਤ ਨਵੇਂ ਖੁਲਾਸੇ ਹੋ ਰਹੇ ਨੇ। ਪੁਲਿਸ ਪੂਰੀ ਜਾਂਚ ਕਰ ਰਹੀ ਹੈ। SIT ਦਾ ਗਠਨ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਜਾਰੀ ਹੈ। ਹੁਣ ਫੋਰੈਂਸਿਕ ਜਾਂਚ ਰਿਪੋਰਟ ਦਾ ਵੀ इंतजार हो रहा है कि कुछ होएगा इस पूरे मामले से, देखने वाली गल होगी। लेकिन बहुत ज़रूरी है कि लड़कियां खुद बेहद सुचेत रहें, टेक्नोलॉजी न रखें और कोई अच्छा काम खुद ना करन और इंश्योर करन कि कोई होर ता नहीं कुछ अच्छा गलत काम कर रहा। शुक्रिया। न्यूज़ डेटलाइन पंजाब में।